ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 412 ਤੋਂ ਲੈ ਕੇ 414 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨੀਐ ਸੱਚ ਸੁਰਤ ਵਖਾਨ। ਕਥਨੀ ਬਦਨੀ ਪੜ ਪੜ ਪਾਰ, ਲੇਖ ਅਸੰਖ ਅਲੇਖ ਅਪਾਰ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨਾ ਹੁਕਮ ਪਛਾਣ। ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਕਿਸੇ ਤਰ੍ਹਾਂ ਉਹਦਾ ਜਿਹੜਾ ਸਰੂਪ ਆ, ਉਹਦੇ ਗੁਣ ਨੇ ਬਿਆਨ ਨਹੀਂ ਕੀਤੇ ਜਾ ਸਕਦੇ। ਕਹਿੰਦੇ ਪਰਮੇਸ਼ਰ ਬਾਰੇ ਅਣਗਿਣਤੀ ਮਤਲਬ ਕਥਨੀਆਂ ਕੀਤੀਆਂ ਗਈਆਂ ਨੇ, ਲੇਖ ਲਿਖੇ ਗਏ ਨੇ, ਅਤੇ ਜਿਹੜੇ ਲਿਖਿਆ ਜਿਨ੍ਹਾਂ ਨੇ ਉਹਨਾਂ ਨੂੰ ਵੀ ਮਾਣ ਹੁੰਦਾ ਕਿ ਅਸੀਂ ਪਰਮੇਸ਼ਰ ਬਾਰੇ ਲਿਖਿਆ। ਪਰ ਕਹਿੰਦੇ ਪਰਮੇਸ਼ਰ ਲੇਖਣੀ 'ਚ ਨਹੀਂ ਆਉਂਦਾ ਹੈਗਾ। ਕਹਿੰਦੇ ਹਾਂ ਵੀ ਜਿਹਦਾ ਮਨ ਪਰਮੇਸ਼ਰ ਦੇ ਵਿੱਚ ਪਤੀਜ ਗਿਆ, ਉਹਨੇ ਆਪਣੀ ਸੁਰਤ ਦੇ ਵਿੱਚ ਉਸ ਸੱਚੇ ਨੂੰ ਅਤੇ ਉਸ ਸੱਚੇ ਦੇ ਜਿਹੜੀ ਮਤਲਬ ਸਰੂਪ ਆ ਉਹਨੂੰ ਅਨੁਭਵ ਕਰ ਲਿਆ। ਜਿਸ ਨੇ ਉਹਦੇ ਵਿੱਚ ਮਨ ਲਾ ਲਿਆ, ਜਿਹਦੀ ਸੁਰਤ ਉਹਦੇ ਵਿੱਚ ਟਿਕ ਗਈ, ਉਹਨੇ ਆਪਣੀ ਸੁਰਤ ਵਿੱਚ ਉਹਨੂੰ ਅਨੁਭਵ ਕਰ ਲਿਆ। ਪਰ ਉਹ ਲੇਖਣੀ 'ਚ ਨਹੀਂ ਆਉਂਦਾ ਹੈਗਾ। ਕਹਿੰਦੇ ਜਿਹੜੇ ਲਿਖਦੇ ਨੇ, ਕਹਿੰਦੇ ਉਹ ਹੰਕਾਰ 'ਚ ਆ ਜਾਂਦੇ ਨੇ ਲਿਖ ਲਿਖ ਕੇ। ਪਰ ਜਿਹੜਾ ਕਹਿੰਦੇ ਉਹ ਪਰਮੇਸ਼ਰ ਆ, ਉਹ ਅਪਾਰ ਪਾਰ ਬ੍ਰਹਮ ਆ, ਕਹਿੰਦੇ ਉਹ ਅਲੇਖ ਆ, ਉਹਦੇ ਬਾਰੇ ਲਿਖਿਆ ਨਹੀਂ ਜਾ ਸਕਦਾ ਹੈਗਾ। ਪੂਰੀ ਸੱਚਾਈ ਕੋਈ ਲਿਖ ਨਹੀਂ ਸਕਦਾ। ਕਹਿੰਦੇ ਉਹਨੂੰ ਇੱਕ ਸੱਚਾ ਸਮਝੋ, ਅਤੇ ਜਿਹੜਾ ਜੰਮਣ ਮਰਨ ਹੋ ਰਿਹਾ ਉਹਦਾ ਹੁਕਮ ਹੋ ਰਿਹਾ ਸਭ ਕੁਛ ਇਹ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮਾਇਆ ਮੋਹੇ ਜਗ ਬਾਧਾ ਜਮਕਾਲ, ਬਾਂਦਾ ਛੂਟੈ ਨਾਮ ਸਮਾਲ। ਕਹਿੰਦੇ ਜਿਹੜਾ ਇਹ ਜਗਤ ਹੈਗਾ, ਇਹ ਮਾਇਆ ਦੇ ਮੋਹ ਕਰਕੇ ਫਿਰ ਇਹ ਜਮਕਾਲ ਦੇ ਅਧੀਨ ਆ ਜਾਂਦਾ। ਕਹਿੰਦੇ ਛੁੱਟਦਾ ਕਿਵੇਂ ਆ? ਉਸ ਪਰਮੇਸ਼ਰ ਦਾ ਨਾਂ ਲੈ ਕੇ। ਗੁਰ ਸੁਖ ਦਾਤਾ ਅਵਰ ਨ ਪਾਲ, ਹਾਲਤ ਪਲਤ ਨਿਭੀ ਤੁਧ ਨਾਲ। ਕਹਿੰਦੇ ਇੱਕ ਗੁਰੂ ਹੀ ਸੁੱਖਾਂ ਦਾ ਦਾਤਾ ਹੈ। ਹੋਰ ਕਿਸੇ ਦਾਤੇ ਦੀ ਭਾਲ ਨਾ ਕਰੋ, ਕਿ ਗੁਰੂ ਦੇ ਰਾਹੀਂ ਹੀ ਉਹਦਾ ਨਾਮ ਮਿਲਦਾ ਹੈ। ਫਿਰ ਜਿਹੜਾ ਨਾਮ ਹੈ ਲੋਕ ਦੇ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ। ਸ਼ਬਦ ਮਰੇ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ। ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦੇ ਸ਼ਬਦ ਦੇ ਰਾਹੀਂ ਆਪਾ ਭਾਵ ਮਾਰ ਲੈਂਦੇ ਨੇ, ਉਹਦੇ ਵਿੱਚ ਲਿਵ ਲਾ ਲੈਂਦੇ ਨੇ, ਉਹਨਾਂ ਦੇ ਕਹਿੰਦੇ ਭਰਮ ਖਤਮ ਹੋ ਜਾਂਦੇ ਨੇ। ਉਹ ਕਹਿੰਦੇ ਫਿਰ ਮਤਲਬ ਜਿਹੜੀ ਇਹ ਜੀਵਨ ਦੀ ਅਸਲੀਅਤ ਆ ਉਹਨੂੰ ਸਮਝ ਲੈਂਦੇ ਨੇ। ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ। ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਵਸਾਉਂਦੇ ਨੇ, ਉਹ ਜੀਵਨ ਮੁਕਤ ਹੋ ਜਾਂਦੇ ਨੇ, ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ, ਉਹਨਾਂ ਨੂੰ ਆਤਮਿਕ ਮੌਤ ਨਹੀਂ ਹੁੰਦੀ। ਕਹਿੰਦੇ ਗੁਰਮੁਖ ਹੋਏ ਤਾਂ ਸੱਚ ਸਮਾਏ। ਜਦੋਂ ਗੁਰੂ ਦੇ ਸਨਮੁਖ ਹੁੰਦੇ ਨੇ, ਫਿਰ ਹੀ ਪਰਮੇਸ਼ਰ ਵਿੱਚ ਲੀਨਤਾ ਹੋ ਸਕਦੀ ਹੈ। ਜਿਨ ਧਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਉਥਾਪ। ਸਰਬ ਨਿਰੰਤਰ ਆਪੇ ਆਪ, ਕਿਸੇ ਨ ਪੁੱਛੈ ਬਖਸ਼ੇ ਆਪ। ਕਹਿੰਦੇ ਉਹ ਪਰਮੇਸ਼ਰ ਜਿਹਨੇ ਇਹ ਧਰਤੀ ਆਕਾਸ਼ ਸਭ ਕੁਝ ਕਹਿੰਦੇ ਸਾਜਿਆ, ਜੋ ਕਹਿੰਦੇ ਸ੍ਰਿਸ਼ਟੀ ਨੂੰ ਬਣਾਉਂਦਾ ਵੀ ਹੈ ਅਤੇ ਸ੍ਰਿਸ਼ਟੀ ਦਾ ਅੰਤ ਵੀ ਕਰ ਸਕਦਾ ਹੈ। ਉਹ ਹਰ ਇੱਕ ਜਗ੍ਹਾ 'ਤੇ ਨਿਰੰਤਰ ਵਿਆਪਕ ਹੈ। ਕਹਿੰਦੇ ਕਿਸੇ ਨੂੰ ਦਾਤ ਦੇਣ ਲੱਗਿਆਂ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਆਪਣੀਆਂ ਬਖਸ਼ਿਸ਼ਾਂ ਉਹ ਆਪ ਕਰਦਾ ਹੈ। ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਕਹਿੰਦੇ ਹੇ ਪਰਮੇਸ਼ਰ ਜੀ, ਤੂੰ ਗੁਣਾਂ ਦਾ ਖਜ਼ਾਨਾ ਹੈ,
ਤੂੰ ਹੀਰੇ ਜਵਾਹਰਾਤਾਂ ਦਾ ਖਜ਼ਾਨਾ ਹੈ ਕਹਿੰਦੇ, ਪਵਿੱਤਰ ਹੈ ਕਹਿੰਦੇ, ਤੈਨੂੰ ਸਮਝਿਆ ਨਹੀਂ ਜਾ ਸਕਦਾ, ਤੇਰੀ ਡੂੰਘਾਈ ਬਹੁਤ ਹੈ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਖ ਮਾਨੈ ਭੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜ਼ੀਰ। ਕਹਿੰਦੇ ਜਿਹੜੇ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ ਫਿਰ ਉਹ ਸੁੱਖ ਪਾਉਂਦਾ ਹੈ। ਕਹਿੰਦੇ ਪਰਮੇਸ਼ਰ ਆਪ ਹੀ ਮਾਲਕ ਹੈ, ਆਪ ਹੀ ਆਪਣਾ ਸਲਾਹਕਾਰ ਵਜ਼ੀਰ ਹੈ। ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਵਿਰਲਾ ਆਚਾਰੀ। ਜਗ ਪੰਡਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੇ ਅਹੰਕਾਰੀ। ਕਹਿੰਦੇ ਜਗ ਦੇ ਵਿੱਚ ਸਾਰੀ ਸ੍ਰਿਸ਼ਟੀ ਕਹਿੰਦੇ ਬੰਧਨਾਂ 'ਚ ਪਈ ਹੋਈ ਆ, ਪਰ ਜਿਹਨੇ ਕਹਿੰਦੇ ਹਉਮੈ ਮਾਰ ਲਈ ਆ ਉਹ ਮੁਕਤ ਹੋ ਜਾਂਦਾ। ਕਹਿੰਦੇ ਜਗ ਦੇ ਵਿੱਚ ਗਿਆਨੀ ਤਾਂ ਬਹੁਤ ਬਣੇ ਫਿਰਦੇ ਨੇ, ਪਰ ਕੋਈ ਵਿਰਲਾ ਹੈ ਜਿਹੜਾ ਅਸਲੀਅਤ ਦੇ ਵਿੱਚ ਚੰਗੇ ਆਚਰਨ ਵਾਲਾ ਗਿਆਨੀ ਹੈ। ਪੰਡਤ ਬਹੁਤ ਨੇ ਕਹਿੰਦੇ, ਪਰ ਕੋਈ ਵਿਰਲਾ ਹੈ ਜਿਹੜਾ ਕਿ ਅਸਲ ਵਿੱਚ ਵਿਦਵਾਨ ਹੈ, ਜਿਹਨੂੰ ਵਾਹਿਗੁਰੂ ਦੀ ਅਸਲੀਅਤ ਦਾ ਅਨੁਭਵਤਾ ਹੈ, ਜਿਹਨੂੰ ਜ਼ਿੰਦਗੀ ਦੀ ਸੱਚਾਈ ਦਾ ਪਤਾ ਹੈ। ਕਹਿੰਦੇ ਪਰਮਾਤਮਾ ਤਾਂ ਹੀ ਮਿਲ ਸਕਦਾ ਹੈ ਜਦੋਂ ਸਤਿਗੁਰ ਦੀ ਸ਼ਰਨ ਲੈਂਦੇ ਨੇ ਜੀਵ, ਅਤੇ ਫਿਰ ਉਹਨਾਂ ਦਾ ਹੰਕਾਰ ਖਤਮ ਹੁੰਦਾ, ਨਹੀਂ ਤਾਂ ਕਹਿੰਦੇ ਸਾਰਾ ਸੰਸਾਰ ਹੰਕਾਰ ਵਿੱਚ ਝੱਲਾ ਹੋਇਆ ਫਿਰਦਾ। ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ। ਕਹਿੰਦੇ ਸੰਸਾਰ ਸਾਰਾ ਦੁਖੀ ਆ, ਸੁਖੀ ਕਹਿੰਦੇ ਕੋਈ ਕੋਈ ਜੀਵ ਆ ਜਿਹੜਾ ਉਹਦਾ ਨਾਮ ਲੈਂਦਾ। ਜਗ ਕਹਿੰਦੇ ਸਾਰਾ ਰੋਗਾਂ ਦੇ ਵਿੱਚ ਭੋਗਾਂ ਦੇ ਵਿੱਚ ਵਿਆਪਿਆ ਹੋਇਆ, ਅਤੇ ਗੁਣਾਂ ਦੀ ਘਾਟ ਆ ਉਹਦੇ ਲਈ ਰੋ ਰਿਹਾ। ਜਗ ਉਪਜੈ ਬਿਨ ਸੈ ਪਤ ਖੋਏ, ਗੁਰਮੁਖ ਹੋਵੈ ਬੂਝੈ ਸੋਏ। ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਆਉਂਦੇ ਨੇ ਉਹੀ ਜੀਵਨ ਦੀ ਅਸਲੀਅਤ ਨੂੰ ਸਮਝਦੇ ਨੇ, ਨਹੀਂ ਤਾਂ ਕਹਿੰਦੇ ਬਾਕੀ ਸਾਰਾ ਜੱਗ ਕਹਿੰਦੇ ਜਨਮ ਰਿਹਾ ਮਰ ਰਿਹਾ, ਕਹਿੰਦੇ ਆਪਣੀ ਇੱਜ਼ਤ ਗੁਆ ਰਿਹਾ, ਕਿਉਂਕਿ ਉਹਨੂੰ ਜੀਵਨ ਦੀ ਅਸਲੀਅਤ ਦਾ ਨਹੀਂ ਪਤਾ ਹੈ ਜੀਵਾਂ ਨੂੰ। ਮਹਿਗੋ ਮੋਲ ਪਾਰ ਅਫਾਰ, ਅਟਲ ਅਸ਼ਲ ਗੁਰਮਤੀ ਤਾਰ। ਪਾਏ ਮਿਲੈ ਪਾਵੈ ਪੈਕਾਰ, ਨਾਨਕ ਨੀਚ ਕਹੇ ਵਿਚਾਰ। ਕਹਿੰਦੇ ਉਹ ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਪਾਇਆ ਜਾ ਸਕਦਾ। ਕਹਿੰਦੇ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਹੈ। ਉਹ ਕਹਿੰਦੇ ਅਟਲ ਅਵਿਨਾਸ਼ੀ ਆ, ਉਹਨੂੰ ਕਿਸੇ ਚਤੁਰਾਈ ਨਾਲ ਛਲਿਆ ਨਹੀਂ ਜਾ ਸਕਦਾ, ਠੱਗਿਆ ਨਹੀਂ ਜਾ ਸਕਦਾ। ਕਹਿੰਦੇ ਉਹ ਤਾਂ ਕਹਿੰਦੇ ਗੁਰੂ ਦੀ ਮੱਤ 'ਤੇ ਚੱਲ ਕੇ ਉਹਦੇ ਨਾਮ ਨੂੰ ਹਿਰਦੇ 'ਚ ਵਸਾਈ ਦਾ। ਕਹਿੰਦੇ ਉਹ ਪਰਮੇਸ਼ਰ ਜਦੋਂ ਉਹਦੇ ਕਹਿੰਦੇ ਨੇ ਨਿਰਮਲ ਭੈ ਦੇ ਵਿੱਚ ਰਹਿੰਦੇ ਆ, ਇਹ ਪਰਮੇਸ਼ਰ ਨੂੰ ਪਸੰਦ ਆਉਂਦਾ। ਪਰਮੇਸ਼ਰ ਦੇ ਡਰ ਅਦਬ ਦੇ ਵਿੱਚ ਰਹਿ ਕੇ ਉਹਦਾ ਨਾਮ ਜਪੋ। ਨਾਨਕ ਜੀ ਕਹਿੰਦੇ ਨੇ ਨਾਨਕ ਦਾਸ ਇਹ ਵਿਚਾਰ ਦੱਸ ਰਿਹਾ ਜੋ ਕਿ ਪਰਮਾਤਮਾ ਬਾਰੇ ਸੱਚਾਈ ਹੈ। ਆਸਾ ਮਹੱਲਾ ਪਹਿਲਾ, ਏਕ ਮਰੈ ਪੰਚੇ ਮਿਲ ਰੋਵੈ, ਹਉਮੈ ਜਾਏ ਸ਼ਬਦ ਮਲ ਧੋਵੈ। ਸਮਝ ਸੂਝ ਸਹਿਜ ਕਰ ਹੋਵੈ, ਬਿਨ ਬੂਝੈ ਸਗਲੀ ਪਤ ਖੋਵੈ। ਕੌਣ ਮਰੈ ਕੌਣ ਰੋਵੈ ਉਹੀ, ਕਰਨ ਕਾਰਨ ਸਭ ਸੈ ਸਿਰ ਤੋਹੀ। ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਕਿਸੇ ਪਰਿਵਾਰ ਦੇ ਵਿੱਚ ਇੱਕ ਜੀਵ ਦੀ ਮੌਤ ਹੋ ਜਾਂਦੀ ਹੈ, ਫਿਰ ਬਾਕੀ ਦੇ ਸਾਰੇ ਜਿਹੜੇ 5-4 ਜੀਅ ਹੁੰਦੇ ਨੇ ਉਹ ਰੋਂਦੇ ਨੇ, ਕਿਉਂਕਿ ਜੀਵ ਦੀ ਮੌਤ ਹੋ ਜਾਂਦੀ ਆ। ਪਰ ਕਹਿੰਦੇ ਜਿਸ ਜੀਵ ਦੇ ਅੰਦਰੋਂ ਹਉਮੈ ਚਲੀ ਗਈ ਹੁੰਦੀ ਆ, ਜਿਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਗਈ ਹੁੰਦੀ ਆ, ਜੋ ਸਹਿਜਤਾ ਦੇ ਘਰ ਵਿੱਚ ਆ ਗਿਆ ਹੁੰਦਾ, ਉਹਨੂੰ ਕਹਿੰਦੇ ਇਹ ਜਿਹੜੀ ਜੰਮਣ ਮਰਨ ਦੀ ਅਸਲੀਅਤ ਆ ਇਹ ਸਮਝ ਲੱਗ ਗਈ ਹੁੰਦੀ ਆ। ਫਿਰ ਉਹਦੀ ਨਜ਼ਰ ਦੇ ਵਿੱਚ ਇਹ ਹੁੰਦਾ ਕਿ ਜਦੋਂ ਹਰ ਇੱਕ ਦੇ ਵਿੱਚ ਪਰਮਾਤਮਾ ਹੈ
ਤਾਂ ਫਿਰ ਕੌਣ ਜੀਆ ਕੌਣ ਜੀਂਦਾ ਹੈ ਤੇ ਕੌਣ ਮਰਦਾ ਹੈ। ਜੇ ਇੱਕ ਜੀਵ ਦੇ ਵਿੱਚੋਂ ਉਹਦੀ ਜੋਤ ਨਿਕਲ ਗਈ, ਉਹ ਤਾਂ ਪਰਮਾਤਮਾ ਦੀ ਜੋਤ ਸੀ ਅਤੇ ਉਹ ਪਰਮਾਤਮਾ ਨੇ ਭੇਜੀ ਸੀ, ਪਰਮਾਤਮਾ ਹੀ ਲੈ ਗਿਆ। ਫਿਰ ਕਹਿੰਦੇ ਉਹ ਇਸ ਚੀਜ਼ ਨੂੰ ਸਮਝ ਲੈਂਦਾ, ਫਿਰ ਉਹ ਇਸ ਤਰ੍ਹਾਂ ਦਾ ਰੋਣ ਨਹੀਂ ਕਰਦਾ। ਪਰ ਜਦੋਂ ਤੱਕ ਜੀਵ ਨੂੰ ਨਹੀਂ ਸਮਝ, ਫਿਰ ਕਹਿੰਦੇ ਉਹ ਰੋਣ ਕੁਰਲਾਪ ਕਰਦੇ ਨੇ ਕਹਿੰਦੇ, ਕਿਉਂਕਿ ਕਹਿੰਦੇ ਕਰਨ ਵਾਲਾ ਤਾਂ ਸਭ ਕੁਛ ਇਹ ਪਰਮਾਤਮਾ ਹੀ ਹੈ। ਪਰਮਾਤਮਾ ਹੀ ਜੀਵਨ ਦਿੰਦਾ ਹੈ, ਪਰਮਾਤਮਾ ਹੀ ਜੀਵਨ ਦਾ ਅੰਤ ਕਰਦਾ ਹੈ। ਕਹਿੰਦੇ ਮੂਏ ਕੋ ਰੋਵੈ ਦੁੱਖ ਕੋਏ, ਸੋ ਰੋਵੈ ਜਿਸ ਬੇਦਨ ਹੋਏ। ਜਿਸ ਬੀਤੀ ਜਾਣੈ ਪ੍ਰਭ ਸੋਏ, ਆਪੇ ਕਰਤਾ ਕਰੈ ਸੋ ਹੋਏ। ਕਹਿੰਦੇ ਜਦੋਂ ਕੋਈ ਇੱਕ ਜੀਵ ਦੇ ਘਰ ਮੌਤ ਹੁੰਦੀ ਹੈ, ਦੂਜੇ ਵੀ ਕਹਿੰਦੇ ਆਉਂਦੇ ਨੇ ਅਫਸੋਸ ਕਰਨ। ਕਹਿੰਦੇ ਉਹ ਹਰ ਕੋਈ ਜੀਵ ਆਪਣਾ ਦੁੱਖ ਦਾ ਅਹਿਸਾਸ ਕਰਕੇ ਰੋ ਰਿਹਾ ਹੁੰਦਾ। ਉਹ ਇਸੇ ਲਈ ਉਹ ਨਹੀਂ ਰੋ ਰਿਹਾ ਹੁੰਦਾ ਕਿ ਜਿਹੜੇ ਜੀਵ ਦੀ ਮੌਤ ਹੋਈ ਆ ਉਹਦੇ ਦੁੱਖ ਕਰਕੇ, ਹਰ ਇੱਕ ਆਪਣੀ ਬੇਦਨ ਲਈ ਰੋ ਰਿਹਾ ਹੁੰਦਾ। ਕਹਿੰਦੇ ਜਿਹੜਾ ਜੀਵ ਇੱਥੋਂ ਚਲੇ ਗਿਆ ਹੁੰਦਾ ਅਤੇ ਉਹਦੇ ਨਾਲ ਅੱਗੇ ਕੀ ਬੀਤਦੀ ਆ, ਉਹ ਉਹਦੇ ਕਰਮਾਂ ਦੇ ਹਿਸਾਬ ਨਾਲ, ਉਹ ਤਾਂ ਕਹਿੰਦੇ ਫਿਰ ਪਰਮਾਤਮਾ ਹੀ ਜਾਣੇ। ਉਹ ਫਿਰ ਜਿਹੜੇ ਰੋਣ ਵਾਲੇ ਜੀਵ ਨੇ ਉਹ ਨਹੀਂ ਜਾਣਦੇ ਕਿ ਉਹਦੇ ਅੱਗੇ ਉਹਦੇ ਨਾਲ ਕੀ ਬੀਤੀ ਆ। ਕਹਿੰਦੇ ਜਾਂ ਉਹ ਜਿਹੜਾ ਪਰਮਾਤਮਾ ਸਭ ਕੁਛ ਕਰਨ ਵਾਲਾ ਉਹ ਹੀ ਜਾਣਦਾ। ਇਹ ਤਾਂ ਜੀਵ ਤੇ ਪਰਮਾਤਮਾ ਵੀ ਕੀ ਬੀਤੀ ਅੱਗੇ। ਜੀਵਤ ਮਰਨਾ ਤਾਰੇ ਤਰਨਾ, ਜੈ ਜਗਦੀਸ਼ ਪਰਮਗਤ ਸਰਣਾ। ਕਹਿੰਦੇ ਜਿਹੜੇ ਜੀਵ ਜੀਂਦੇ ਜੀਵ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ, ਹਉਮੈ ਤੋਂ ਮੁਕਤ ਹੋ ਜਾਂਦੇ ਨੇ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਕਹਿੰਦੇ ਉਸ ਪਰਮਾਤਮਾ ਦੀ ਜੈਕਾਰ ਹੈ, ਜਿਹਦੀ ਸ਼ਰਨ ਆਇਆ ਜੀਵ ਨੂੰ ਪਰਮ ਗਤੀ ਮਿਲਦੀ ਹੈ। ਹਉ ਬਲਿਹਾਰੀ ਸਤਿਗੁਰ ਚਰਣਾ, ਗੁਰ ਬੋਹਿਥ ਸ਼ਬਦ ਪੈ ਤਰਣਾ। ਕਹਿੰਦੇ ਮੈਂ ਗੁਰੂ ਦੇ ਚਰਨਾਂ ਤੋਂ ਬਲਿਹਾਰੇ ਜਾਵਾਂ, ਕਿ ਗੁਰੂ ਦੇ ਚਰਨ, ਗੁਰੂ ਦਾ ਸ਼ਬਦ ਹੀ ਜਹਾਜ਼ ਹੈ, ਜਿਹਦੇ ਭੈ ਵਿੱਚ ਰਹਿ ਕੇ ਇਸ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ। ਨਿਰਭਉ ਆਪ ਨਿਰੰਤਰ ਜੋਤ, ਬਿਨ ਨਾਵੈ ਸੂਤਕ ਜਗ ਛੋਤ। ਕਹਿੰਦੇ ਉਹ ਪਰਮੇਸ਼ਰ ਆਪ ਨਿਰਭਉ ਹੈ। ਕਹਿੰਦੇ ਉਹਦੀ ਜੋਤ ਨਿਰੰਤਰ ਰੂਪ ਵਿੱਚ ਜਗਤ ਵਿੱਚ ਸਾਰੇ ਜੀਵਾਂ ਦੇ ਵਿੱਚ ਹੈ। ਕਹਿੰਦੇ ਜੋ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਕਹਿੰਦੇ ਜਿਹੜੀ ਇਹ ਸੂਤਕ ਦਾ ਭਰਮ ਆ, ਹੋਰ ਛੂਤ ਛਾਤ ਦਾ ਭਰਮ ਆ, ਉਹ ਉਹਨਾਂ ਨੂੰ ਕਹਿੰਦੇ ਤੰਗ ਕਰਦਾ ਹੈ, ਜਿਹੜਾ ਉਹਦਾ ਨਾਮ ਨਹੀਂ ਜਪਦੇ। ਦੁਰਮਤ ਬਿਨਸੈ ਕਿਆ ਕਹਿ ਰੋਤ, ਜਨਮ ਮੂਏ ਬਿਨ ਭਗਤ ਸਰੋਤ। ਕਹਿੰਦੇ ਜਿਹੜਾ ਜੀਵ ਛੱਡ ਕੇ ਚਲੇ ਗਿਆ ਉਹਦੇ ਲਈ ਰੋਂਦੇ ਨੇ। ਕਹਿੰਦੇ ਵੀ ਉਹਦੇ ਬਾਰੇ ਕਹਿੰਦੇ ਨੇ ਕਿ ਵੀ ਉਹ ਇਸ ਗੱਲੋਂ ਚੰਗਾ ਸੀ, ਉਹਦੇ ਇਹ ਚੀਜ਼ ਸੀ, ਉਹਦੇ ਇਹ ਗੁਣ ਸੀ। ਪਰ ਕਹਿੰਦੇ ਉਹ ਇਹ ਨਹੀਂ ਸਮਝਦੇ ਹੈਗੇ ਵੀ ਜਿਸ ਜੀਵ ਨੇ ਭਗਤੀ ਨਹੀਂ ਕੀਤੀ ਹੈਗੀ, ਕਹਿੰਦੇ ਉਹਦਾ ਜੀਵਨ ਨਿਸਫਲ ਆ, ਚਾਹੇ ਉਹਨੇ ਸੰਸਾਰਿਕ ਕੰਮ ਜਿੰਨੇ ਵੀ ਕੀਤੇ ਹੋਣ। ਭਗਤੀ ਤੋਂ ਬਿਨਾਂ ਕਹਿੰਦੇ ਉਹਦਾ ਜੀਵਨ ਸਫਲ ਨਹੀਂ ਹੈ। ਮੂਏ ਕੋ ਸਚ ਰੋਵੈ ਮੀਤ, ਤ੍ਰੈ ਗੁਣ ਰੋਵੈ ਨੀਤਾ ਨੀਤ। ਕਹਿੰਦੇ ਜਿਹੜਾ ਸੱਚਾ ਮਿੱਤਰ ਆ ਉਹ ਛੱਡ ਗਿਆ ਇਹਨੂੰ ਸੱਚਮੁੱਚ 'ਚ ਰੋਂਦਾ। ਕਹਿੰਦੇ ਤਿੰਨੇ ਗੁਣ ਰੋਂਦੇ ਨੇ ਵੀ ਉਹ ਸਾਨੂੰ ਵੀ ਛੱਡ ਗਿਆ, ਜਿਹੜੇ ਮਾਇਆ ਦੇ 3 ਗੁਣ ਨੇ। ਦੁੱਖ ਸੁੱਖ ਪਰਹਰ ਸਹਿਜ ਸੁਚੀਤ, ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ। ਕਹਿੰਦੇ ਜੇ ਜੀਵਨ ਦੀ ਅਸਲੀਅਤ ਨੂੰ ਸਮਝਣਾ ਹੈ ਤਾਂ ਜੀਵ ਨੂੰ ਦੁੱਖ ਨੂੰ ਅਤੇ ਸੁੱਖ ਨੂੰ ਬਰਾਬਰ ਸਮਝਣਾ ਚਾਹੀਦਾ, ਅਤੇ ਉਸ ਪਰਮੇਸ਼ਰ ਦੇ ਅੱਗੇ ਆਪਣਾ ਤਨ ਮਨ, ਆਪਣੀ ਸਾਰੀ ਬੁੱਧੀ ਅਰਪਣ ਕਰ ਦੇਣੀ ਚਾਹੀਦੀ ਆ, ਅਤੇ ਗੁਰੂ ਦੀ ਮੱਤ 'ਤੇ ਜੀਵ ਨੂੰ ਚੱਲਣਾ ਚਾਹੀਦਾ। ਪੀਤਰ ਏਕ ਅਨੇਕ ਅਸੰਖ, ਕਰਮ ਧਰਮ ਬਹੁ ਸੰਖ ਅਸੰਖ।
ਬਿਨ ਪੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੈ ਮਿਲ ਪਾਰਮਾਰਥ। ਬਿਨ ਪੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੈ ਮਿਲ ਪਰਮਾਰੰਥ। ਕਹਿੰਦੇ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਹੈ, ਪਰ ਉਹਦੇ ਅਣਗਿਣਤ ਸਰੂਪ ਨੇ ਪਰਮੇਸ਼ਰ ਨੇ ਬਣਾਏ ਹੋਏ। ਕਹਿੰਦੇ ਜੀਵ ਬਹੁਤ ਤਰ੍ਹਾਂ ਦੇ ਧਾਰਮਿਕ ਕਰਮਾਂ ਦੇ ਵਿੱਚ ਲੱਗੇ ਹੋਏ ਨੇ, ਪਰ ਕਹਿੰਦੇ ਉਹਦੀ ਭਗਤੀ ਕਰਨ ਤੋਂ ਬਿਨਾਂ ਬਾਕੀ ਸਾਰੇ ਹੀ ਧਰਮ ਜਿਹੜੇ ਕਿ ਧਾਰਮਿਕ ਕਰਮ ਨੇ ਉਹ ਬਿਰਥੇ ਨੇ, ਉਹਨਾਂ ਦੇ ਨਾਲ ਜੀਵਨ ਵਿਅਰਥ ਜਾ ਰਿਹਾ ਹੈ ਉਹਦੀ ਭਗਤੀ ਤੋਂ ਬਿਨਾਂ। ਕਹਿੰਦੇ ਜਿਸ ਨੇ ਪਰਮਾਰਥ ਦੇ ਰਸਤੇ 'ਤੇ ਚੱਲਣਾ, ਕਹਿੰਦੇ ਉਹ ਪਰਮਾਰਥੀਆਂ ਦੇ ਵਿੱਚ ਰਲ ਕੇ ਉਸ ਪਰਮਾਤਮਾ ਦੇ ਗੁਣ ਗਾਵੇ। ਆਪ ਮਰੈ ਮਾਰੇ ਵੀ ਆਪ, ਆਪ ਉਪਾਏ ਥਾਪ ਉਥਾਪ। ਕਹਿੰਦੇ ਜਦੋਂ ਪਰਮੇਸ਼ਰ ਹਰ ਇੱਕ ਜੀਵ ਦੇ ਵਿੱਚ ਹੈ, ਫਿਰ ਮਰਦਾ ਵੀ ਉਹ ਆਪ ਹੈ ਕਿਉਂਕਿ ਜੀਵ ਦੇ ਵਿੱਚ ਆਪ ਹੈ, ਅਤੇ ਮਾਰਦਾ ਵੀ ਆਪ ਹੈ। ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਆਪ ਹੀ ਸ੍ਰਿਸ਼ਟੀ ਦਾ ਅੰਤ ਵੀ ਕਰਦਾ। ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਤ। ਕਹਿੰਦੇ ਇਸ ਤਰ੍ਹਾਂ ਸੰਸਾਰ ਨੂੰ ਕਹਿੰਦੇ ਪਰਮੇਸ਼ਰ ਨੇ ਪੈਦਾ ਕੀਤਾ ਅਤੇ ਆਪਣੀ ਜੋਤ ਵਿੱਚ ਪਾਈ ਆ। ਕਹਿੰਦੇ ਇਸ ਵਿੱਚ ਬਿਲਕੁਲ ਵੀ ਭਰਮ ਵਾਲੀ ਗੱਲ ਨਹੀਂ ਹੈ ਕਿ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆ ਉਸ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ। ਸੂਤਕ ਅਗਨ ਭਖੈ ਜਗ ਖਾਏ, ਸੂਤਕ ਜਲ ਥਲ ਸਭ ਹੀ ਥਾਏ। ਨਾਨਕ ਸੂਤਕ ਜਨਮ ਮਰੀਜੈ, ਗੁਰ ਪ੍ਰਸਾਦੀ ਹਰ ਰਸ ਪੀਜੈ। ਕਹਿੰਦੇ ਸੰਸਾਰ ਦੇ ਵਿੱਚ ਜਿਹੜਾ ਇਹ ਸੂਤਕ ਦਾ ਭਰਮ ਕਹਿੰਦੇ ਕੀਤਾ ਜਾਂਦਾ, ਜਿਸ ਤਰ੍ਹਾਂ ਸ਼ਾਇਦ ਆਪ ਨੂੰ ਵੀ ਪਤਾ ਹੋਣਾ ਕਿ ਪਿੱਛੇ ਮਤਲਬ ਪੁਰਾਣੇ ਸਮੇਂ ਦੇ ਵਿੱਚ ਜ਼ਿਆਦਾ ਕਰਦੇ ਸੀ ਇਸ ਤਰ੍ਹਾਂ। ਹਿੰਦੂ ਜਗਤ ਦੇ ਵਿੱਚ ਜ਼ਿਆਦਾ ਹੈ ਇੱਦਾਂ ਸੂਤਕ ਦਾ, ਕੋਈ ਜਨਮ ਹੋਇਆ ਮਰਨ ਹੋਇਆ ਵੀ ਇੰਨੇ ਦਿਨ ਇਸ ਰਸੋਈ 'ਚੋਂ ਖਾਣਾ ਨਹੀਂ, ਇੰਨੇ ਦਿਨ ਇਸ ਘਰ ਜਾਣਾ ਨਹੀਂ। ਉਹ ਸਮਝਾ ਰਹੇ ਨੇ ਨਾਨਕ ਪਾਤਸ਼ਾਹ ਜੀ। ਉਹ ਕਹਿੰਦੇ ਵੀ ਜਿਹੜਾ ਸੂਤਕ ਆ ਵੀ ਇਹਦਾ ਤਾਂ ਵਹਿਮ ਕਰਨਾ ਹੀ ਨਹੀਂ ਚਾਹੀਦਾ। ਕਹਿੰਦੇ ਜਿਹੜੀ ਅੱਗ ਜਾਲ ਕੇ ਅਸੀਂ ਆਪਣਾ ਖਾਣਾ ਬਣਾਉਂਦੇ ਹਾਂ, ਉਹਨਾਂ ਸਮਿਆਂ 'ਚ ਇਹੀ ਸੀ ਨਾ ਕਿ ਅੱਗ ਜਾਲਦੇ ਸੀ ਤਾਂ ਆਪਣਾ ਖਾਣਾ ਬਣਾਉਂਦੇ ਸੀ। ਉਹ ਕਹਿੰਦੇ ਅੱਗ ਦੇ ਵਿੱਚ ਤਾਂ ਕਿੰਨੇ ਜੀਵ ਬਾਲਣ ਦੇ ਰਾਹੀਂ ਮਰਦੇ ਨੇ, ਜਨਮਦੇ ਨੇ, ਅਤੇ ਫਿਰ ਕਹਿੰਦੇ ਵੀ ਕੀ ਹੁਣ ਖਾਣਾ ਬੰਦ ਕਰ ਦੇਣਗੇ। ਕਹਿੰਦੇ ਕਿਤੇ ਵੀ ਧਰਤੀ ਆ, ਪਾਣੀ ਆ, ਅਗਨੀ ਆ, ਹਰ ਇੱਕ ਜਗ੍ਹਾ 'ਤੇ ਕਹਿੰਦੇ ਜਨਮ ਮਰਨ ਹੋ ਰਿਹਾ। ਅਤੇ ਕਹਿੰਦੇ ਫਿਰ ਇਹ ਜਿਹੜਾ ਹੈ ਇਹ ਸਾਰਾ ਵਹਿਮ ਹੈ। ਕਹਿੰਦੇ ਕਿਉਂਕਿ ਜੀਵਾਂ ਨੂੰ ਪੈਦਾ ਵੀ ਪਰਮਾਤਮਾ ਕਰ ਰਿਹਾ, ਮਾਰ ਵੀ ਪਰਮਾਤਮਾ ਕਰ ਰਿਹਾ। ਫਿਰ ਇਹ ਸੂਤਕ ਦਾ ਭਰਮ ਨਹੀਂ ਕਰਨਾ ਚਾਹੀਦਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਨਾਮ ਰਸ ਕਹਿੰਦੇ ਉਹਦਾ ਸਵਾਦ ਚੱਖੋ। ਰਾਗ ਆਸਾ ਮਹੱਲਾ ਪਹਿਲਾ। ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰ ਪੂਰਾ। ਗੁਰ ਮਾਨੈ ਮਨ ਤੇ ਮਨ ਤੀਰਾ, ਐਸਾ ਸਾਹਸ ਰਾਫੀ ਕਰੈ। ਸਾਚੀ ਨਦਰ ਏਕ ਲਿਵ ਤਰੈ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਕਹਿੰਦਾ ਆਪੇ ਦੀ ਵਿਚਾਰ ਕਰਦਾ, ਆਪਣੇ ਕਹਿੰਦੇ ਅੰਤਰ ਆਤਮੇ ਦੀ ਵਿਚਾਰ ਕਰਦਾ, ਉਹ ਕਹਿੰਦੇ ਨਾਮ ਰੂਪੀ ਹੀਰੇ ਨੂੰ ਪਰਖ ਲੈਂਦਾ। ਜਿਸ ਜੀਵ ਨੇ ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਜਾਣ ਪਛਾਣ ਪਾ ਲਈ ਅਤੇ ਉਹਨੂੰ ਕਹਿੰਦੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਮਿਲ ਗਈ ਤਾਂ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ। ਕਹਿੰਦੇ ਜਿਹਦਾ ਮਨ ਗੁਰੂ ਦੀ ਸਿੱਖਿਆ ਨੂੰ ਮੰਨਣ ਲੱਗ ਗਿਆ, ਉਹਦਾ ਮਨ ਧੀਰਜ ਵਿੱਚ ਆ ਜਾਂਦਾ। ਫਿਰ ਜਿਹੜਾ ਗੁਰੂ ਆ ਕਹਿੰਦੇ ਫਿਰ ਧੀਰਜ ਵਿੱਚ ਆਏ ਆਪਣੇ ਜੀਵ ਦੇ ਉੱਪਰ ਮਿਹਰ ਦੀ ਨਜ਼ਰ ਕਰਦਾ ਅਤੇ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਨਾਲ ਉਹਦਾ ਮਿਲਾਪ ਕਰਾ ਦਿੰਦਾ। ਪੂੰਜੀ ਨਾਮ ਨਿਰੰਜਨ ਸਾਰ, ਨਿਰਮਲ ਸਾਚ ਰਤਾ ਪੈਕਾਰ।
ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦੇ ਨਾਮ ਰੂਪੀ ਪੂੰਜੀ ਇਕੱਠੀ ਕੀਤੀ ਆ, ਉਹ ਕਹਿੰਦੇ ਪਵਿੱਤਰ ਹੋ ਜਾਂਦਾ। ਉਹ ਕਹਿੰਦੇ ਪੈਕਾਰ ਬਣ ਜਾਂਦਾ। ਪੈਕਾਰ ਪੁਰਾਣੇ ਸਮੇਂ 'ਚ ਕਹਿੰਦੇ ਸੀ ਜੋ ਟਕਸਾਲ ਦੀ ਸੁਆਹ ਦੇ ਵਿੱਚੋਂ ਚਾਂਦੀ ਅਤੇ ਸੋਨੇ ਨੂੰ ਸਾਫ਼ ਕਰਕੇ ਕੱਢਦੇ ਸੀਗੇ। ਕਹਿੰਦੇ ਫਿਰ ਉਹ ਨਾਮ ਦਾ ਜਿਹੜਾ ਆਪਣੇ ਹਿਰਦੇ 'ਚ ਵਸਾਉਂਦਾ, ਕਹਿੰਦੇ ਫਿਰ ਉਹ ਸੱਚਾ ਬਣ ਜਾਂਦਾ, ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ। ਸਿਫਤ ਸਹਿਜ ਕਰ ਗੁਰ ਕਰਤਾਰ, ਆਸਾ ਮਨਸਾ ਸ਼ਬਦ ਜਲਾਏ, ਰਾਮ ਨਾਰਾਇਣ ਕਹੇ ਕਹਾਏ। ਜਿਹੜਾ ਜੀਵ ਫਿਰ ਕਹਿੰਦੇ ਪਰਮਾਤਮਾ ਦਾ ਨਾਮ ਜਪਦਾ, ਉਹ ਕਹਿੰਦੇ ਅਡੋਲਤਾ ਦੇ ਵਿੱਚ ਆ ਜਾਂਦਾ। ਗੁਰੂ ਕਹਿੰਦੇ ਉਹਨੂੰ ਪਰਮਾਤਮਾ ਦੇ ਘਰ ਦਾ ਰਸਤਾ ਦਿਖਾ ਦਿੰਦਾ। ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਅੰਦਰੋਂ ਆਸਾ ਦੇ ਫੁਰਨੇ ਖਤਮ ਕਰ ਲੈਂਦਾ। ਉਹ ਕਹਿੰਦੇ ਆਪ ਪਰਮੇਸ਼ਰ ਦਾ ਨਾਮ ਜਪਦਾ ਅਤੇ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਨਾ ਦਿੰਦਾ, ਜਿਹੜਾ ਜੀਵ ਨਾਮ ਦੇ ਨਾਲ ਜੁੜ ਜਾਂਦਾ ਗੁਰੂ ਦੀ ਸਿੱਖਿਆ 'ਤੇ ਚੱਲ ਕੇ। ਗੁਰ ਤੇ ਵਾਟ ਮਹਿਲ ਘਰ ਪਾਏ, ਕਾਂਚਨ ਕਾਇਆ ਜੋਤ ਅਨੂਪ, ਤਿਰਭਵਨ ਦੇਵਾ ਸਗਲ ਸਰੂਪ। ਉਹ ਕਹਿੰਦੇ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਪਰਮਾਤਮਾ ਦੇ ਮਹਿਲ ਦੇ ਦਰ 'ਤੇ ਪਹੁੰਚ ਜਾਂਦਾ ਹੈ, ਆਪਣੇ ਨਿਜ ਦੇ ਸਰੂਪ ਵਿੱਚ ਪਹੁੰਚ ਜਾਂਦਾ ਹੈ। ਕਹਿੰਦੇ ਉਹਦੀ ਜਿਹੜੀ ਇਹ ਸਰੀਰ ਆ, ਕਹਿੰਦੇ ਉਹ ਸੋਨੇ ਵਾਂਗ ਸ਼ੁੱਧ ਹੋ ਜਾਂਦਾ, ਕਹਿੰਦੇ ਜਿਹਦੇ ਵਿੱਚ ਉਸ ਪਰਮੇਸ਼ਰ ਦੀ, ਉਸ ਅਨੂਪ ਸੋਹਣੇ ਪਰਮੇਸ਼ਰ ਦੀ ਜੋਤ ਕਹਿੰਦੇ ਪ੍ਰਤੱਖ ਹੋ ਜਾਂਦੀ ਆ। ਉਹ ਕਹਿੰਦੇ ਫਿਰ ਸਾਰੀ ਜਿਹੜੇ ਤਿਰਭਵਨ ਦੇਵਾ ਸਗਲ ਸਰੂਪ, ਉਹ ਕਹਿੰਦੇ ਫਿਰ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਉਸ ਪਰਮੇਸ਼ਰ ਨੂੰ ਅਨੁਭਵ ਕਰ ਲੈਂਦਾ ਉਹ ਜੀਵ, ਜਿਹੜਾ ਉਹਦਾ ਨਾਮ ਜਪ ਕੇ ਸੋਹਣੀ ਕੰਚਨ ਵਰਗੀ ਕਾਇਆ ਦਾ ਮਾਲਕ ਬਣ ਜਾਂਦਾ। ਮੈਂ ਸੋ ਤਨ ਪੱਲੇ ਸਾਚ ਅਖੂਟ, ਪੰਜ ਤੀਨ ਨਵ ਚਾਰ ਸਮਾਵੈ, ਤਰਨ ਗਗਨ ਕਲ ਤਾਰ ਰਹਾਵੈ। ਕਹਿੰਦੇ ਜਿਸ ਨੇ ਆਪਣੇ ਪੱਲੇ ਉਸ ਪਰਮੇਸ਼ਰ ਦਾ ਨਾਮ ਧਨ ਕਹਿੰਦੇ ਇਕੱਠਾ ਕਰ ਲਿਆ, ਉਹ ਨਾਮ ਧਨ ਕਹਿੰਦੇ ਇਸ ਤਰ੍ਹਾਂ ਦਾ ਵੀ ਉਹਦੇ ਵਿੱਚ ਕਦੇ ਕਮੀ ਨਹੀਂ ਆਉਂਦੀ ਹੈਗੀ, ਉਹ ਵੱਧਦਾ ਹੀ ਜਾਂਦਾ ਹੈਗਾ। ਕਹਿੰਦੇ ਉਹ ਪਰਮੇਸ਼ਰ ਕਹਿੰਦੇ ਜੋ ਤਿੰਨਾਂ ਭਵਨਾਂ ਦੇ ਵਿੱਚ, 9 ਖੰਡਾਂ ਦੇ ਵਿੱਚ ਅਤੇ 4 ਕੁੰਟਾਂ ਦੇ ਵਿੱਚ, 5 ਤੱਤਾਂ ਦੇ ਵਿੱਚ, ਜਿਹੜਾ ਕਹਿੰਦੇ ਪਰਮੇਸ਼ਰ ਹਰ ਇੱਕ ਜਗ੍ਹਾ 'ਤੇ ਸਮਾਇਆ ਹੋਇਆ, ਉਸ ਪਰਮੇਸ਼ਰ ਦਾ ਜਿਹਨੇ ਨਾਮ ਧਨ ਇਕੱਠਾ ਕਰ ਲਿਆ, ਉਹਨੂੰ ਕਹਿੰਦੇ ਕੋਈ ਕਮੀ ਨਹੀਂ ਆਉਂਦੀ ਹੈਗੀ। ਪੰਜ ਤੀਨ ਨਵ ਚਾਰ ਸਮਾਵੈ, ਤਰਨ ਗਗਨ ਕਲ ਤਾਰ ਰਹਾਵੈ, ਬਾਹਰ ਜਾਤੋ ਉਲਟ ਪਰਾਵੈ। ਕਹਿੰਦੇ ਉਹ ਪਰਮੇਸ਼ਰ ਜਿਹਨੇ ਆਪਣੀ ਸਮਰੱਥਾ ਦੇ ਨਾਲ ਧਰਤੀ ਆਕਾਸ਼ ਨੂੰ ਟਿਕਾਇਆ ਹੋਇਆ। ਕਹਿੰਦੇ ਜਿਹੜਾ ਜੀਵ ਉਹਦਾ ਨਾਮ ਜਪਦਾ, ਉਹ ਕਹਿੰਦੇ ਆਪਣੇ ਬਾਹਰ ਭਟਕਣ ਵਾਲੇ ਮਨ ਨੂੰ ਪਰਤਾ ਕੇ ਅੰਦਰ ਲੈ ਜਾਂਦਾ, ਅੰਦਰਮੁਖੀ ਹੋ ਜਾਂਦਾ। ਉਹ ਮੂਰਖ ਹੋਏ ਨ ਆਖੀ ਸੂਝੈ, ਜਿਹਵਾ ਰਸ ਨਹੀਂ ਕਹਿਆ ਬੂਝੈ, ਬਿਖ ਕਾ ਮਾਤਾ ਜਗ ਸਿਉ ਲੂਝੈ। ਕਹਿੰਦੇ ਜਿਹੜਾ ਜੀਵ ਗੁਰੂ ਦੀ ਕਹੀ ਹੋਈ ਸਿੱਖਿਆ ਨਹੀਂ ਮੰਨਦਾ ਅਤੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਕਹਿੰਦੇ ਫਿਰ ਉਹਦੀ ਜਿਹੜੀ ਜਿਹਵਾ ਹੈਗੀ ਆ, ਨਾਮ ਰਸ ਨਹੀਂ ਚੱਖਦੀ ਨਾ। ਕਹਿੰਦੇ ਉਹ ਵਾਧੂ ਦੇ ਜਗਤ ਦੇ ਵਿੱਚ ਝਗੜੇ ਕਰਦਾ, ਵਾਦ ਵਿਵਾਦ ਕਹਿੰਦੇ ਖੜੇ ਕਰਦਾ, ਪਰ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਪਰਮਾਤਮਾ ਦਾ ਨਾਮ ਨਹੀਂ ਜਪਦਾ। ਫਿਰ ਕੀ ਕਹਿੰਦੇ ਨੇ, ਫਿਰ ਕਹਿੰਦੇ ਵੀ ਜੇ ਕੋਈ ਇਸ ਤਰ੍ਹਾਂ ਦਾ ਜੀਵ ਵੀ ਹੈ ਜੋ ਹੁਣ ਮਨਮੁਖ ਹੈ, ਪਰ ਜੇ ਉਹ ਚੰਗੀ ਸੰਗਤ ਕਰੇ, ਕੱਲ੍ਹ ਉਹ ਗੁਰਮੁਖ ਵੀ ਬਣ ਸਕਦਾ ਹੈ। ਹੁਣ ਅਗਲੀ ਤੁਕ ਵਿੱਚ ਦੱਸਦੇ ਨੇ, ਊਤਮ ਸੰਗਤ ਊਤਮ ਹੋਵੈ, ਗੁਣ ਕੋ ਧਾਵੈ ਅਵਗੁਣ ਧੋਵੈ, ਬਿਨ ਗੁਰ ਸੇਵੈ ਸਹਿਜ ਨਾ ਹੋਵੈ। ਕਹਿੰਦੇ ਫਿਰ ਜੇ ਉਹੀ ਜੀਵ ਚੰਗੀ ਕਹਿੰਦੇ ਸੰਗਤ ਕਰੇ, ਫਿਰ ਉਹ ਵੀ ਕਹਿੰਦੇ ਚੰਗਾ ਬਣ ਸਕਦਾ। ਫਿਰ ਕਹਿੰਦੇ ਉਹ ਆਪਣੇ ਗੁਣ ਖਤਮ ਕਰਕੇ
ਆਪਣੇ ਔਗਣ ਖਤਮ ਕਰਕੇ ਗੁਣ ਇਕੱਠੇ ਕਰ ਸਕਦਾ। ਆਪਣੇ ਔਗਣ ਖਤਮ ਕਰਕੇ ਨਾਮ ਦੀ ਕਮਾਈ ਨਾਲ ਗੁਣ ਇਕੱਠੇ ਕਰ ਸਕਦਾ। ਪਰ ਕਹਿੰਦੇ ਗੁਰੂ ਤੋਂ ਦੱਸੀ ਹੋਈ ਜਿਹੜੀ ਸੇਵਾ ਭਗਤੀ ਆ ਉਹ ਕਰਨ ਤੋਂ ਬਿਨਾਂ ਜੀਵ ਵਿੱਚ ਅਡੋਲਤਾ ਨਹੀਂ ਆ ਸਕਦੀ। ਹੀਰਾ ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸ ਕਾ ਮਾਲ। ਨਾਨਕ ਪਰਖੈ ਨਦਰ ਨਿਹਾਲ। ਹੀਰਾ ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸ ਕਾ ਮਾਲ। ਨਾਨਕ ਪਰਖੈ ਨਦਰ ਨਿਹਾਲ। ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ, ਕਹਿੰਦੇ ਉਹ ਬਹੁਤ ਵੱਡਾ ਲਾਲ ਆ। ਕਹਿੰਦੇ ਜਿਵੇਂ ਹੀਰੇ ਜਵਾਹਰਾਤ ਹੁੰਦੇ ਨੇ ਕਹਿੰਦੇ, ਪਰ ਕਹਿੰਦੇ ਇਹ ਕਿਹਦੀ ਪੂੰਜੀ ਬਣਦਾ? ਉਸ ਜੀਵ ਦੀ ਜਿਹਦਾ ਮਨ ਮੋਤੀ ਬਣ ਗਿਆ, ਜਿਹਦਾ ਮਨ ਪਵਿੱਤਰ ਬਣ ਗਿਆ, ਉੱਥੇ ਇਹ ਸਾਰਾ ਧਨ ਟਿਕਦਾ। ਕਹਿੰਦੇ ਉਹ ਕਹਿੰਦੇ ਕੌਣ ਹੋ ਸਕਦਾ? ਨਾਨਕ ਜੀ ਕਹਿੰਦੇ ਜਿਹਨੂੰ ਕਹਿੰਦੇ ਗੁਰੂ ਪਰਖ ਲੈਂਦਾ ਤੇ ਪਰਮੇਸ਼ਰ ਦੀ ਦਇਆ ਦਾ ਪਾਤਰ ਬਣਾ ਦਿੰਦਾ। ਜਦੋਂ ਫਿਰ ਕਹਿੰਦੇ ਪਰਮੇਸ਼ਰ ਮਿਹਰ ਦੀ ਨਜ਼ਰ ਵੱਲ ਨਾਲ ਉਸ ਜੀਵ ਵੱਲ ਤੱਕਦਾ ਤਾਂ ਉਹ ਜੀਵ ਨਿਹਾਲ ਹੋ ਜਾਂਦਾ, ਉਹਦਾ ਹਿਰਦਾ ਕਮਲ ਖਿੜ ਜਾਂਦਾ ਹੈ, ਉਹ ਸੰਸਾਰ ਸਾਗਰ ਪਾਰ ਕਰ ਲੈਂਦਾ ਹੈ, ਉਹ ਵਿਕਾਰਾਂ ਤੋਂ ਮਾਇਆ ਤੋਂ ਮੁਕਤ ਹੋ ਜਾਂਦਾ ਹੈ, ਜਿਹਦੇ 'ਤੇ ਉਸ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਮਿਲਦੀ ਹੈ, ਜਿਹਨੇ ਨਾਮ ਦੀ ਕਮਾਈ ਕੀਤੀ ਹੈ, ਗੁਰੂ ਦੀ ਸਿੱਖਿਆ 'ਤੇ ਚੱਲਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ, ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।